ਅੱਜਕੱਲ ਬੱਚਿਆਂ ਨੂੰ ਵੀ ਥਾਇਰਾਇਡ ਹੋ ਰਿਹਾ ਹੈ, ਔਰਤਾਂ ਨੂੰ ਤਾਂ ਚਲੋ ਜ਼ਿਆਦਾ ਅਸੀਂ ਦੇਖਦੇ ਹਾਂ, ਜ਼ਿਆਦਾ ਔਰਤਾਂ ਨੂੰ ਹੁੰਦਾ ਹੈ, ਪਰ ਇਹ ਹੁੰਦਾ ਕਿਉਂ ਹੈ? ਕਿਹੜੀ ਗਲਤੀ ਸਾਡੀ ਲਾਈਫਸਟਾਈਲ ਦੇ ਵਿੱਚ ਅਸੀਂ ਕਰ ਰਹੇ ਹਾਂ? ਆਮ ਤੌਰ ਤੇ ਜਿਹੜੀ ਥਾਇਰਾਇਡ ਹੈ ਉਹਦੇ ਦੋ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ। ਇੱਕ ਤੇ ਉਦੋਂ ਥਾਇਰਾਇਡ ਗ੍ਰੰਥੀ ਸਾਡੀ ਲੋੜ ਤੋਂ ਵੱਧ ਕੰਮ ਕਰਦੀ ਹੈ ਤੇ ਸਾਡੇ ਸਰੀਰ ਦਾ ਵਜ਼ਨ ਘਟਣਾ ਸ਼ੁਰੂ ਹੋ ਜਾਂਦਾ ਹੈ। ਜੀ। ਬੰਦੇ ਨੂੰ ਭੁੱਖ ਜ਼ਿਆਦਾ ਲੱਗਦੀ ਹੈ, ਉਹ ਖਾਂਦਾ ਵੀ ਜ਼ਿਆਦਾ ਪਰ ਉਹਦਾ ਵਜ਼ਨ ਘਟਦਾ ਹੈ। ਉਹਨੂੰ ਕਹਿੰਦੇ ਨੇ ਹਾਈਪਰਥਾਇਰਾਇਡਿਜ਼ਮ। ਸਾਡਾ ਜਿਹੜਾ ਬਾਡੀ ਦਾ ਇਮਿਊਨ ਸਿਸਟਮ ਹੈ ਜਿਹਨੇ ਸਾਨੂੰ ਬਿਮਾਰੀ ਤੋਂ ਬਚਾਉਣਾ ਹੈ, ਰੋਗਾਂ ਤੋਂ ਬਚਾਉਣ ਵਾਲੀ ਜਿਹੜੀ ਤਾਕਤ ਹੁੰਦੀ ਹੈ ਉਹੀ ਸਾਡੇ ਅਗੇਂਸਟ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ। ਉਹ ਸੈੱਲ ਕੁਝ ਐਸੇ ਪੈਦਾ ਕਰਦੇ ਜਿਹੜੇ ਸਾਡੇ ਥਾਇਰਾਇਡ ਨੂੰ ਡੈਮੇਜ ਕਰਦੇ ਨੇ। ਸਾਡੇ ਹੋਮਿਓਪੈਥਿਕ ਇਲਾਜ ਦੇ ਨਾਲ ਬਨਿਸਬਤ ਕੰਪੈਰੀਟਿਵਲੀ ਜਿਹੜੇ ਇਕੱਲੇ ਐਲੋਪੈਥੀ ਖਾ ਰਹੇ ਨੇ ਤੇ ਇੱਕ ਮਰੀਜ਼ ਜਿਹੜੇ ਹੋਮਿਓਪੈਥੀ ਔਰ ਐਲੋਪੈਥੀ ਦੋਨੋਂ ਖਾ ਰਹੇ ਨੇ ਉਹਨਾਂ ਦੇ ਵਿੱਚ ਰਿਜ਼ਲਟਸ ਦਾ ਬਹੁਤ ਜ਼ਿਆਦਾ ਫਰਕ ਹੈ। ਉਹਨਾਂ ਦੇ ਲਾਈਫ ਸਟਾਈਲ ਦੇ ਵਿੱਚ ਇੰਪਰੂਵਮੈਂਟ ਆਈ। ਡਾਕਟਰ ਸਾਹਿਬ, ਲੋਕਾਂ ਦੀ ਜੋ ਮਾਨਸਿਕਤਾ ਹੈ ਉਹ ਇਹ ਹੈ ਕਿ ਹੋਮਿਓਪੈਥੀ ਸਲੋ ਪ੍ਰੋਸੈਸ ਹੈ, ਦੇਰੀ ਦੇ ਨਾਲ ਇਹਦਾ ਅਸਰ ਹੁੰਦਾ ਹੈ, ਚਾਹੇ ਇਨਸਾਨ ਠੀਕ ਵੀ ਹੋ ਜਾਏ ਸਮਾਂ ਬਹੁਤ ਲੱਗ ਜਾਂਦਾ ਹੈ। ਤਾਂ ਅਸੀਂ ਤਾਂ ਵੈਸੇ ਬੜੇ ਇੰਪੇਸ਼ੈਂਟ ਆ, ਸਾਨੂੰ ਜਲਦੀ ਰਿਜ਼ਲਟ ਚਾਹੀਦਾ। ਔਰ ਸਾਰੀ ਉਮਰ ਦੇ ਇਲਾਜ ਨਾਲੋਂ ਅਗਰ ਹੋਮਿਓਪੈਥਿਕ ਇਲਾਜ 2 ਜਾਂ 3 ਸਾਲ ਦੇ ਵਿੱਚ ਠੀਕ ਕਰਦਾ ਕਿਸੇ ਨੂੰ, ਮੈਨੂੰ ਤਾਂ ਨਹੀਂ ਲੱਗਦਾ ਇਹ ਲੰਬਾ ਇਲਾਜ ਹੋਏਗਾ। ਤੇ ਜੇ ਅਸੀਂ ਟਾਈਮ ਸਿਰ ਸੋਵਾਂਗੇ, अर्ਲੀ ਟੂ ਬੈਡ अर्ਲੀ ਟੂ ਰਾਈਜ਼ ਮੇਕਸ ਮੈਨ ਹੈਲਦੀ ਵੈਲਦੀ ਐਂਡ ਵਾਈਜ਼, ਪਰ ਇਹਨੂੰ ਫੋਲੋ ਕਰਨੇ ਕੇ ਲੋਕ ਕਰਦੇ ਨੇ, ਆਪਾਂ ਨੂੰ ਪਤਾ ਹੀ ਹੈ। ਸਾਨੂੰ ਇਹ ਨਰਸਰੀ ਦੇ ਵਿੱਚ ਜਿਹੜੀ ਪੋਇਮ, ਹਾਂ, ਪਹਿਲੀ ਪੋਇਮ ਜਿਹੜੀ ਬੱਚੇ ਨੂੰ ਸਭ ਤੋਂ ਪਹਿਲੀ ਵਿਦਿਆ ਸੀ ਕਿਉਂ ਜ਼ਰੂਰੀ ਹੈ, ਅੱਜ ਅਸੀਂ ਦੱਸ ਦਿੰਦੇ ਉਹਨੂੰ ਅਸੀਂ ਫੋਲੋ ਨਹੀਂ ਕਰ ਰਹੇ। ਡੇਲੀ ਪੋਸਟ ਪੰਜਾਬੀ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਸੁਮਨ ਜੇਟਲੀ ਸਵਾਗਤ ਕਰਦੀ ਹਾਂ। ਅਕਸਰ ਅਸੀਂ ਵੱਡਿਆਂ ਨੂੰ ਕਹਿੰਦੇ ਸੁਣਿਆ, ਜਿੰਨੇ ਲੋਕ ਓਨੇ ਰੋਗ, ਪਰ ਅੱਜ ਕੱਲ ਹਰ ਵਿਅਕਤੀ ਨੂੰ 6-6 7-7 ਰੋਗ ਹੋਣ ਲੱਗ ਗਏ ਨੇ। ਇਹ ਵੱਡੀ ਚਿੰਤਾ ਦਾ ਵਿਸ਼ਾ ਹੈ। ਜੇਕਰ ਅਸੀਂ ਇਹਨੂੰ ਨਜ਼ਰਅੰਦਾਜ਼ ਕਰ ਰਹੇ ਹਾਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜੋ ਖਾਮਿਆਜ਼ੇ ਭੁਗਤਨੇ ਨੇ ਸ਼ਾਇਦ ਉਸ ਦਾ ਸਾਨੂੰ ਅੰਦਾਜ਼ਾ ਵੀ ਨਹੀਂ ਹੈ। ਤਾਂ ਅੱਜ ਇੱਕ ਖਾਸ ਗੱਲਬਾਤ ਕਰਨ ਦੇ ਲਈ, ਥਾਇਰਾਇਡ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਡਾਕਟਰ ਮੁਖਤਿੰਦਰ ਸਿੰਘ ਮੌਜੂਦ ਨੇ। ਹਾਲ ਹੀ ਦੇ ਵਿੱਚ ਆਯੂਸ਼ ਮੰਤਰਾਲੇ ਵੱਲੋਂ ਇਹਨਾਂ ਨੂੰ ਸੱਦਾ ਦਿੱਤਾ ਗਿਆ ਸੀ, ਇੱਕ ਪਰਚਾ ਪੜ੍ਹ ਕੇ ਆਏ ਨੇ ਥਾਇਰਾਇਡ ਦੇ ਉੱਤੇ। ਤਾਂ ਜਾਣ ਲੈਂਦੇ ਹਾਂ ਕੀ ਪੜ੍ਹਿਆ ਉਸ ਪਰਚੇ ਦੇ ਵਿੱਚ, ਥਾਇਰਾਇਡ ਬਾਰੇ ਕੀ ਦੱਸਿਆ ਤੁਸੀਂ। ਤਾਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ। ਥਾਇਰਾਇਡ ਇੱਕ ਇਸ ਤਰ੍ਹਾਂ ਦੀ ਬਿਮਾਰੀ ਹੈ, ਜਦੋਂ ਮੈਨੂੰ ਆਯੂਸ਼ ਮੰਤਰਾਲੇ ਵੱਲੋਂ ਇਨਵੀਟੇਸ਼ਨ ਆਈ, ਵਿਗਿਆਨ ਭਵਨ 'ਚ ਇੱਕ ਬਹੁਤ ਵੱਡਾ ਫੰਕਸ਼ਨ ਹੋਇਆ ਸੈਂਟਰ ਕਾਉਂਸਲ ਆਫ ਰਿਸਰਚ ਇਨ ਹੋਮਿਓਪੈਥੀ ਦੁਆਰਾ। ਉਹਨਾਂ ਨੇ ਇਹ ਕੀਤਾ ਸੀ ਵੀ ਥਾਇਰਾਇਡ ਦੇ ਵਿੱਚ ਹੋਮਿਓਪੈਥੀ ਦਾ ਕੀ ਰੋਲ ਹੈ ਜੀ। ਤਾਂ ਉਹਦੇ ਜੋ ਪਰਚਾ ਮੈਂ ਪੜ੍ਹਿਆ ਉਹਦੇ 'ਚ ਵੀ ਜਿੱਦਾਂ ਆਮ ਤੌਰ 'ਤੇ ਥਾਇਰਾਇਡ ਲਈ ਸਾਰੀ ਉਮਰ ਦੀ ਦਵਾਈ ਦਿੱਤੀ ਜਾਂਦੀ ਹੈ ਔਰ ਮਰੀਜ਼ ਦੀ ਦਵਾਈ ਹੌਲੀ ਹੌਲੀ ਵੱਧਦੀ ਜਾਂਦੀ ਹੈ, ਉਹਦੇ ਬਾਵਜੂਦ ਉਹਦੀਆਂ ਤਕਲੀਫਾਂ ਰਹਿੰਦੀਆਂ। ਅਤੇ ਇਹ ਜਿਹੜੀ ਇੰਟੀਗ੍ਰੇਟਿਵ ਅਪਰੋਚ ਦੱਸੀ ਵੀ ਅਗਰ ਐਲੋਪੈਥਿਕ ਦਵਾਈ ਦੇ ਨਾਲ ਨਾਲ ਅਗਰ ਹੋਮਿਓਪੈਥਿਕ ਦਵਾਈ ਸ਼ੁਰੂ ਕਰਦਾ ਤਾਂ ਉਹ ਦਵਾਈ ਨਾਲ ਉਹਦੀ ਅੰਗਰੇਜ਼ੀ ਦਵਾਈ 'ਤੇ ਘਟਣ ਦੇ ਵੀ ਚਾਂਸਸ ਨੇ, ਔਰ ਜਿਹੜਾ ਥਾਇਰਾਇਡ ਕੰਮ ਨਹੀਂ ਕਰ ਰਿਹਾ, ਨਹੀਂ ਬਣਾ ਰਿਹਾ ਆਪਣੇ ਅੰਦਰੋਂ ਹਾਰਮੋਨਸ ਨੂੰ, ਉਹ ਵੀ ਬਣਾਉਣਾ ਸ਼ੁਰੂ ਕਰ ਦੇਣਾ। ਥਾਇਰਾਇਡ ਹੈ ਕੀ? ਥਾਇਰਾਇਡ ਆਪਣੇ ਗਲੇ ਦੇ ਵਿੱਚ ਇੱਕ ਐਂਡੋਕਰਾਈਨ ਗਲੈਂਡ ਹੈ। ਐਂਡੋਕਰਾਈਨ ਗਲੈਂਡ ਮਤਲਬ ਇੱਕ ਸਾਡੇ ਸਰੀਰ ਦੇ ਵਿੱਚ ਇੱਕ ਪੂਰਾ ਤੰਤਰ ਇਸ ਤਰ੍ਹਾਂ ਦਾ ਹੈਗਾ ਜਿਹੜੇ ਸਾਡੇ ਹਾਰਮੋਨਸ ਦੁਆਰਾ ਕੰਟਰੋਲ ਹੁੰਦਾ ਹੈ। ਹਾਰਮੋਨਸ ਕੀ ਹੁੰਦੇ ਨੇ? ਹਾਰਮੋਨਸ ਕੁਝ ਐਸੇ ਸਰੀਰ ਦੇ ਤੱਤ ਹੁੰਦੇ ਨੇ ਜਿਹੜੇ ਕਿ ਸਾਡੀ ਬਾਡੀ ਦੇ ਬਹੁਤ ਸਾਰੇ ਬੈਲੈਂਸ, ਜਿਸ ਤਰ੍ਹਾਂ ਆਪਾਂ ਥਾਇਰਾਇਡ ਦੀ ਗੱਲ ਕਰੀਏ, ਜਿੱਦਾਂ ਆਪਾਂ ਗਰਮੀ 'ਚ ਗਏ ਤੇ ਸਰਦੀ 'ਚ ਗਏ, ਉਹਦੇ ਨਾਲ ਸਾਡੇ ਸਰੀਰ ਦੇ ਵਿੱਚ ਕੁਝ ਬਦਲਾਅ ਆਉਂਦੇ ਨੇ, ਗਰਮੀ ਨੂੰ ਸਹਿਣ ਵਾਸਤੇ, ਸਰਦੀ ਨੂੰ ਸਹਿਣ ਵਾਸਤੇ। ਜਿੱਦਾਂ ਸਾਡੀ ਬਾਡੀ ਦੀ ਇੱਕ ਸ਼ੇਪ ਹੈ, ਵੇਟ ਹੈ, ਉਹ ਮੇਨਟੇਨ ਹੁੰਦਾ ਵੀ ਨਾ ਹੀ ਬਹੁਤ ਘਟੇ ਤੇ ਨਾ ਹੀ ਬਹੁਤ ਵਧੇ। ਤੀਸਰਾ, ਜਿੱਦਾਂ ਸਾਡੇ ਅੰਦਰ ਪਸੀਨਾ ਆਉਂਦਾ ਸਾਡੀ ਬਾਡੀ ਨੂੰ ਕੰਟਰੋਲ ਕਰਨ ਲਈ। ਤੀਸਰਾ, ਚੌਥਾ, ਜਿੱਦਾਂ ਉਹ ਇੱਕ ਮਰਦ ਔਰ ਔਰਤ ਦੇ ਵਿੱਚ ਜਿਹੜੇ ਹਾਰਮੋਨਸ ਹੁੰਦੇ ਨੇ, ਮਰਦ ਨੂੰ ਇੱਕ ਤਾਕਤਵਰ ਮਰਦ ਬਣਾਉਣ ਲਈ, ਇੱਕ ਔਰਤ ਨੂੰ ਇੱਕ ਉਹਦੇ ਮੈਂਸਿਸ ਨੂੰ, ਪੀਰੀਅਡਸ ਨੂੰ ਨਾਰਮਲ ਚਲਾਉਣ ਲਈ। ਸਾਡੀ ਚਮੜੀ ਦਾ ਰੰਗ, ਚਮੜੀ ਦੀ ਖੁਸ਼ਕੀ, ਵਾਲਾਂ ਦਾ ਝੜਨਾ, ਇਹ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰਨ ਵਾਲੀ ਇੱਕ ਗਲੈਂਡ ਹੈ, ਇਹਨੂੰ ਅਸੀਂ ਥਾਇਰਾਇਡ ਦੀ ਗਲੈਂਡ ਕਹਿੰਦੇ। ਇਹ ਗਰਦਨ ਦੇ ਵਿੱਚ ਹੁੰਦੀ ਹੈ ਤੇ ਤਿਤਲੀ ਵਰਗੀ ਇੱਕ ਗਲੈਂਡ ਹੁੰਦੀ ਹੈ। ਠੀਕ ਹੈ। ਤਾਂ ਇਹ ਜਿਹੜਾ ਆਮ ਤੌਰ 'ਤੇ ਸਾਡੇ ਸਰੀਰ ਦੇ ਬਹੁਤ ਸਾਰੇ ਫੰਕਸ਼ਨਸ ਨੂੰ, ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਕੰਟਰੋਲ ਮੈਕੈਨਿਜ਼ਮ ਇਹਦੇ ਹੱਥ 'ਚ ਹੁੰਦਾ ਹੈ, ਤੇ ਉਹ ਇਹ ਜਿਹੜਾ ਬਹੁਤ ਜ਼ਿਆਦਾ ਪ੍ਰਭਾਵ ਪਾਉਂਦੀ। ਅੱਜ ਕੱਲ ਬੱਚਿਆਂ ਨੂੰ ਵੀ ਥਾਇਰਾਇਡ ਹੋ ਰਿਹਾ ਹੈ, ਔਰਤਾਂ ਨੂੰ ਤਾਂ ਚਲੋ ਜ਼ਿਆਦਾ ਅਸੀਂ ਦੇਖਦੇ ਹਾਂ, ਜ਼ਿਆਦਾ ਔਰਤਾਂ ਨੂੰ ਹੁੰਦਾ ਹੈ, ਪਰ ਇਹ ਹੁੰਦਾ ਕਿਉਂ ਹੈ? ਕਿਹੜੀ ਗਲਤੀ ਸਾਡੀ ਲਾਈਫਸਟਾਈਲ ਦੇ ਵਿੱਚ ਅਸੀਂ ਕਰ ਰਹੇ ਹਾਂ? ਆਮ ਤੌਰ 'ਤੇ ਜਿਹੜਾ ਥਾਇਰਾਇਡ ਹੈ ਇਹ ਜਿਹੜਾ ਹੁੰਦਾ ਹੈ, ਜਿੱਦਾਂ ਤੁਸੀਂ ਕਿਹਾ ਕਿ ਫੀਮੇਲਸ ਨੂੰ ਮੇਲਸ ਨਾਲੋਂ ਜ਼ਿਆਦਾ ਹੁੰਦਾ, ਔਰ ਆਮ ਤੌਰ 'ਤੇ ਮਿਡਲ ਏਜ ਦੀਆਂ ਔਰਤਾਂ ਨੂੰ ਜਿਹੜਾ ਜ਼ਿਆਦਾ ਹੁੰਦਾ। ਬਟ ਅੱਜ ਕੱਲ੍ਹ ਦੇਖਣ ਚਾਹੇ ਬੱਚਿਆਂ ਨੂੰ ਮੀਨੋਪੌਜ਼ ਦੇ ਟਾਈਮ 'ਤੇ ਵੀ ਬਹੁਤ ਸਾਰੇ ਪੇਸ਼ੈਂਟ, ਪ੍ਰੈਗਨੈਂਸੀ ਦੇ ਦੌਰਾਨ ਜਾਂ ਮੇਲਸ ਵਿੱਚ ਵੀ ਕਾਫੀ ਕੇਸਿਸ ਆਉਂਦੇ ਨੇ, ਤਾਂ ਉਹਦਾ ਜਿਹੜਾ ਰੁਝਾਨ ਬਹੁਤ ਵੱਧ ਰਿਹਾ ਹੈ। ਇੰਡੀਆ ਦੇ ਵਿੱਚ ਥਾਇਰਾਇਡ ਦੇ ਕੇਸਾਂ 'ਚ ਬੇਤਹਾਸ਼ਾ ਵਾਧਾ ਹੋ ਰਿਹਾ। ਜਿਸ ਤਰ੍ਹਾਂ ਤੁਸੀਂ ਦੱਸਿਆ, ਇਹਦਾ ਕਾਰਨ ਜਿਹੜਾ ਹੈਗਾ ਉਹ ਲਾਈਫ ਸਟਾਈਲ ਦੇ ਉੱਤੇ ਹੈਗਾ ਕਿ ਜਿੱਦਾਂ ਅਸੀਂ ਆਪਾਂ ਅੱਜ, ਜਿੱਦਾਂ ਸਭ ਤੋਂ ਵੱਡੀ ਚੀਜ਼ ਹੈ ਕਿ ਲੋਕਾਂ ਦੀ ਨੀਂਦ ਪੂਰੀ ਨਹੀਂ ਹੁੰਦੀ। ਜੀ। ਨੀਂਦ ਪੂਰੀ ਨਾ ਹੋਣਾ, ਟਾਈਮ ਸਿਰ ਸੌਣਾ ਨਹੀਂ, ਟਾਈਮ ਸਿਰ ਉੱਠਣਾ ਨਹੀਂ, ਇਸੇ ਤਰ੍ਹਾਂ ਟਾਈਮ ਸਿਰ ਖਾਣਾ ਨਹੀਂ,
ਬੇਲੋੜੀ ਚਿੰਤਾ ਕਰਨੀ, ਸਰੀਰ ਦੇ ਸਾਡਾ ਖਾਣ ਪੀਣ ਦੀਆਂ ਆਦਤਾਂ ਗਲਤ ਨੇ, ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਲਾਈਫ ਸਟਾਈਲ ਦੇ ਨਾਲ ਰਿਲੇਟ ਕਰਦੇ ਹਾਂ। ਤੇ ਆਮ ਤੌਰ ਤੇ ਜਿਹੜੀ ਥਾਇਰਾਇਡ ਹੈ ਉਹਦੇ ਦੋ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ। ਇੱਕ ਤੇ ਉਦੋਂ ਥਾਇਰਾਇਡ ਗ੍ਰੰਥੀ ਸਾਡੀ ਲੋੜ ਤੋਂ ਵੱਧ ਕੰਮ ਕਰਦੀ ਹੈ ਤੇ ਸਾਡੇ ਸਰੀਰ ਦਾ ਵਜਨ ਘਟਣਾ ਸ਼ੁਰੂ ਹੋ ਜਾਂਦਾ ਹੈ। ਬੰਦੇ ਨੂੰ ਭੁੱਖ ਜ਼ਿਆਦਾ ਲੱਗਦੀ ਹੈ, ਉਹ ਖਾਂਦਾ ਵੀ ਜ਼ਿਆਦਾ ਪਰ ਉਹਦਾ ਵਜਨ ਘਟਦਾ ਹੈ, ਉਹਨੂੰ ਕਹਿੰਦੇ ਨੇ ਹਾਈਪਰਥਾਇਰਾਇਡਿਜ਼ਮ। ਤੇ ਦੂਸਰਾ ਜਿਹੜਾ ਥਾਇਰਾਇਡ ਹੁੰਦਾ ਹੈ ਜਿਹਦੇ ਚ ਥਾਇਰਾਇਡ ਸਾਡਾ ਘੱਟ ਕੰਮ ਕਰਦਾ ਹੈ, ਉਹਦੇ ਵਿੱਚ ਕੀ ਹੁੰਦਾ ਕਿ ਬੰਦੇ ਦੀ ਖੁਰਾਕ ਵੀ ਘੱਟ ਹੁੰਦੀ, ਖਾਂਦਾ ਪੀਂਦਾ ਕੁਝ ਨਹੀਂ, ਜਿੱਦਾਂ ਆਮ ਤੌਰ ਤੇ ਕਹਿੰਦੇ ਪਾਣੀ ਵੀ ਲੱਗਦਾ ਹੈ, ਉਹ ਖਾਂਦਾ ਘੱਟ ਹੈ ਪਰ ਉਹਦਾ ਵਜਨ ਵੱਧ ਜਾਂਦਾ। ਤਾਂ ਇਹ ਦੋ ਤਰ੍ਹਾਂ ਦੀਆਂ ਬਿਮਾਰੀਆਂ ਥਾਇਰਾਇਡ ਦੇ ਵਿੱਚ ਹੁੰਦੀਆਂ ਨੇ। ਇਲਾਜ ਕੀ ਹੈ ਇਹਦਾ? ਇਲਾਜ ਇਹਦੇ ਵਿੱਚ ਇਹ ਹੁੰਦਾ ਕਿ ਸਭ ਤੋਂ ਪਹਿਲਾਂ ਤਾਂ ਇਹਦਾ ਕਾਰਨ ਦੇਖਣਾ ਹੁੰਦਾ ਹੈ। ਇੱਕ ਤਾਂ ਆਪਾਂ ਥਾਇਰਾਇਡ ਦੇ ਟੈਸਟ ਹੁੰਦੇ ਨੇ T3 T4 TSH, ਜਿਹੜੇ T3 ਤੇ T4 ਜਿਹੜੇ ਹਾਰਮੋਨਸ ਨੇ ਸਾਡੇ ਥਾਇਰਾਇਡ ਗਲੈਂਡ ਰਿਲੀਜ਼ ਕਰਦਾ ਹੈ। TSH ਉਹਨੂੰ ਕੰਟਰੋਲ ਕਰਨ ਵਾਸਤੇ ਹੁੰਦਾ ਹੈ। ਤੇ ਜਦੋਂ TSH ਦੀ ਜਿਹੜੀ ਉਹਦਾ ਇੱਕ ਕਾਰਨ ਹੀ ਹੁੰਦਾ ਕਿ ਐਂਟੀ TPO ਇੱਕ ਟੈਸਟ ਹੁੰਦਾ ਕਿ ਸਾਡਾ ਜਿਹੜਾ ਬਾਡੀ ਦਾ ਇਮਿਊਨ ਸਿਸਟਮ ਹੈ ਜਿਹਨੇ ਸਾਨੂੰ ਬਿਮਾਰੀ ਤੋਂ ਬਚਾਉਣਾ ਹੈ, ਰੋਗਾਂ ਤੋਂ ਬਚਾਉਣ ਵਾਲੀ ਜਿਹੜੀ ਤਾਕਤ ਹੁੰਦੀ ਹੈ ਉਹੀ ਸਾਡੇ ਅਗੇਂਸਟ ਕੰਮ ਕਰਨਾ ਸ਼ੁਰੂ ਕਰ ਦਿੰਦੀ। ਉਹ ਸੈੱਲ ਕੁਝ ਐਸੇ ਪੈਦਾ ਕਰਦੇ ਜਿਹੜੇ ਸਾਡੇ ਥਾਇਰਾਇਡ ਨੂੰ ਡੈਮੇਜ ਕਰਦੇ ਨੇ। ਉਸ ਕੇਸ ਦੇ ਵਿੱਚ ਬਹੁਤ ਸਾਰੇ ਮਰੀਜ਼ ਜਿਹੜੇ ਪਰਹੇਜ਼ ਵੀ ਕਰ ਰਹੇ ਹੁੰਦੇ ਨੇ, ਦਵਾਈ ਵੀ ਖਾ ਰਹੇ ਹੁੰਦੇ ਨੇ, ਉਹਦੇ ਬਾਵਜੂਦ ਉਹਨਾਂ ਦੀਆਂ ਥਾਇਰਾਇਡ ਦੀਆਂ ਰਿਪੋਰਟਾਂ ਜਿਹੜੀਆਂ ਫਲਕਚੁਏਟ ਕਰਦੀਆਂ ਨੇ। ਤੋ ਉਹ ਜਿਹੜੀ ਇੱਕ ਆਟੋ ਇਮਿਊਨ ਡਿਸਆਰਡਰ ਹੈ ਉਹਦਾ ਇਲਾਜ ਕਰਨਾ ਬਹੁਤ ਜ਼ਿਆਦਾ ਨਾਲ ਜ਼ਰੂਰੀ ਹੁੰਦਾ ਹੈ। ਉਹਦੇ ਵਿੱਚ ਜਿਸ ਤਰ੍ਹਾਂ ਮੈਂ ਇੱਕ ਹੋਮਿਓਪੈਥਿਕ ਡਾਕਟਰ ਹਾਂ ਤੇ ਅਸੀਂ ਹੋਮਿਓਪੈਥੀ 'ਚ ਮਰੀਜ਼ ਦੀ ਜਦੋਂ ਪੂਰੀ ਹਿਸਟਰੀ ਲੈਂਦੇ ਹਾਂ, ਉਹਦੀ ਸਾਰੀ ਗੱਲ ਨੂੰ ਅੰਡਰਸਟੈਂਡ ਕਰਦੇ ਹਾਂ, ਉਹਨੂੰ ਪ੍ਰੋਪਰ ਇਹ ਦੱਸਦੇ ਹਾਂ ਵੀ ਤੁਹਾਡੀ ਲਾਈਫ ਸਟਾਈਲ 'ਚ ਇਹ ਚੀਜ਼ ਦੀ ਕਮੀ ਹੈ, ਔਰ ਉਹਦਾ ਨਾਲ ਹਿਸਟਰੀ ਲੈਣ ਤੋਂ ਬਾਅਦ ਅਸੀਂ ਇਲਾਜ ਕਰਦੇ ਹਾਂ। ਅਤੇ ਜਿਸ ਤਰ੍ਹਾਂ ਮੈਂ ਆਪਣੇ ਰਿਸਰਚ ਪੇਪਰ 'ਚ ਪੜ੍ਹਿਆ ਕਿ ਸਾਡੇ ਹੋਮਿਓਪੈਥਿਕ ਇਲਾਜ ਦੇ ਨਾਲ ਬਨਿਸਬਤ ਕੰਪੈਰੇਟਿਵਲੀ ਜਿਹੜੇ ਇਕੱਲੇ ਐਲੋਪੈਥੀ ਖਾ ਰਹੇ ਨੇ ਤੇ ਇੱਕ ਮਰੀਜ਼ ਜਿਹੜੇ ਹੋਮਿਓਪੈਥੀ ਔਰ ਐਲੋਪੈਥੀ ਦੋਨੋਂ ਖਾ ਰਹੇ ਨੇ, ਉਹਨਾਂ ਦੇ ਵਿੱਚ ਰਿਜ਼ਲਟਸ ਦਾ ਬਹੁਤ ਜ਼ਿਆਦਾ ਫਰਕ ਹੈ। ਉਹਨਾਂ ਦੇ ਲਾਈਫ ਸਟਾਈਲ ਦੇ ਵਿੱਚ ਇੰਪਰੂਵਮੈਂਟ ਆਈ, ਉਹਨਾਂ ਦੇ ਥਾਇਰਾਇਡ ਲੈਵਲ 'ਚ ਇੰਪਰੂਵਮੈਂਟ ਆਈ। ਬਹੁਤ ਸਾਰੇ ਲੋਕ ਗੋਲੀ ਖਾ ਕੇ ਉਹਦੇ ਬਾਵਜੂਦ ਥੱਕੇ ਰਹਿੰਦੇ ਨੇ, ਉਹਨਾਂ ਦੇ ਵਾਲ ਝੜੀ ਜਾ ਰਹੇ ਨੇ, ਚਮੜੀ ਖੁਸ਼ਕ ਹੈ, ਨੇਲਸ ਟੁੱਟਦੇ ਨੇ, ਵਜਨ ਉਹਨਾਂ ਦਾ ਦਵਾਈ ਲੈਣ ਦੇ ਬਾਵਜੂਦ ਕੰਟਰੋਲ ਨਹੀਂ ਹੁੰਦਾ। ਉਹ ਸਾਰੀਆਂ ਚੀਜ਼ਾਂ ਜਿਹੜੀ ਸਿੰਪਟੋਮੈਟਿਕ ਰਿਲੀਫ ਜਿਹੜੀ ਹੋਮਿਓਪੈਥਿਕ ਦਵਾਈ ਨਾਲ ਬਹੁਤ ਵਧੀਆ ਮਿਲਦੀ ਹੈ। ਤਾਂ ਕੀ ਇਹ ਜੜੋਂ ਖਤਮ ਹੋ ਜਾਂਦੀ ਹੈ ਬਿਮਾਰੀ? ਜੜੋਂ ਖਤਮ ਕਰਨ ਦਾ ਮਤਲਬ ਕਿ ਜਿੱਦਾਂ ਹੁਣ ਥਾਇਰਾਇਡ ਕਿਸੇ ਨੂੰ ਅਗਰ ਹੈਗਾ ਤੇ ਉਹਦੀ ਜਿਹੜੀ ਗ੍ਰੰਥੀ ਥਾਇਰਾਇਡ ਗ੍ਰੰਥੀ ਹੈ ਉਹ ਪੂਰਾ ਹਾਰਮੋਨ ਪੈਦਾ ਨਹੀਂ ਕਰ ਰਹੀ, ਤਾਂ ਉਹਨੂੰ ਉਹ ਹਾਰਮੋਨ ਬਾਹਰੋਂ ਦਿੱਤਾ ਜਾਂਦਾ ਹੈ। ਤੇ ਹੋਮਿਓਪੈਥਿਕ ਦਵਾਈ ਦੇ ਨਾਲ ਕੀ ਹੁੰਦਾ ਕਿ ਉਹਦੀ ਆਪਣੀ ਥਾਇਰਾਇਡ ਥੋੜਾ ਹਾਰਮੋਨ ਪ੍ਰੋਡਿਊਸ ਕਰਨਾ ਸ਼ੁਰੂ ਕਰਦੀ ਹੈ। ਅਸੀਂ ਕੀ ਕਰਦੇ ਹਾਂ ਕਿ ਜਿਹੜੀ ਉਹ ਜਿੱਦਾਂ ਜਿੰਨੀ ਵੀ ਜੇ 100 mg ਦੀ 75 mg ਦੀ ਗੋਲੀ ਖਾ ਰਿਹਾ ਉਹਦੇ ਨਾਲ ਅਸੀਂ ਹੋਮਿਓਪੈਥਿਕ ਦਵਾਈ ਸ਼ੁਰੂ ਕਰਦੇ ਹਾਂ। ਹੋਮਿਓਪੈਥਿਕ ਦਵਾਈ ਲੈਣ ਨਾਲ ਕੀ ਹੁੰਦਾ ਕਿ ਉਹਦੀ ਉਹ ਦੂਜੀ ਗੋਲੀ ਘਟਣੀ ਸ਼ੁਰੂ ਹੋ ਜਾਂਦੀ। ਉਹ ਦੂਜੀ ਗੋਲੀ ਘਟਣ ਦਾ ਮਤਲਬ ਇਹ ਕਿ ਉਹਦੀ ਆਪਣੀ ਥਾਇਰਾਇਡ ਨੇ ਕੰਮ ਕਰਨਾ ਸ਼ੁਰੂ ਕਰਤਾ। ਕਿਸੇ 'ਚ ਅਸੀਂ 100% ਗੋਲੀ ਬੰਦ ਕਰ ਸਕਦੇ ਹਾਂ, ਕਈਆਂ 'ਚ ਅੱਧੀ, ਜਿੱਦਾਂ ਜੇ 100 mg ਲੈ ਰਹੇ ਤਾਂ ਅਸੀਂ 50 mg ਤੱਕ ਲੈ ਜਾਂਦੇ ਹਾਂ, 25 mg ਤੱਕ ਲੈਂਦੇ ਵੀ ਜਿੰਨੀ ਘੱਟ ਤੋਂ ਘੱਟ ਡੋਜ਼ ਤੱਕ ਉਹ ਲੰਬਾ ਸਮਾਂ ਲੈ ਵੀ ਤੇ ਉਹਦਾ ਕੋਈ ਸਾਈਡ ਇਫੈਕਟ ਨਾ। ਡਾਕਟਰ ਸਾਹਿਬ, ਲੋਕਾਂ ਦੀ ਜੋ ਮਾਨਸਿਕਤਾ ਹੈ ਉਹ ਇਹ ਹੈ ਕਿ ਹੋਮਿਓਪੈਥੀ ਸਲੋ ਪ੍ਰੋਸੈਸ ਹੈ, ਦੇਰੀ ਦੇ ਨਾਲ ਇਹਦਾ ਅਸਰ ਹੁੰਦਾ ਹੈ, ਚਾਹੇ ਇਨਸਾਨ ਠੀਕ ਵੀ ਹੋ ਜਾਏ ਸਮਾਂ ਬਹੁਤ ਲੱਗ ਜਾਂਦਾ ਹੈ। ਤਾਂ ਅਸੀਂ ਤਾਂ ਵੈਸੇ ਬੜੇ ਇੰਪੇਸ਼ੈਂਟ ਆ, ਸਾਨੂੰ ਜਲਦੀ ਰਿਜ਼ਲਟ ਚਾਹੀਦਾ ਹੈ। ਐਕਚੁਅਲੀ ਕੀ ਹੈ ਕਿ ਦੇਖੋ ਦੋ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ। ਇੱਕ ਤਾਂ ਜਿਸ ਤਰ੍ਹਾਂ ਕਿਸੇ ਨੂੰ ਬੁਖਾਰ ਜ਼ੁਕਾਮ ਖਾਂਸੀ ਹੋਈ ਹੈ ਉਹਦਾ ਤਾਂ ਅਸੀਂ 24 ਘੰਟੇ ਦੇ ਵਿੱਚ ਹੀ ਰਿਜ਼ਲਟ ਦਿੰਦੇ ਹਾਂ। ਪਰ ਹੁਣ ਥਾਇਰਾਇਡ ਦੀ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਕਿ ਜੇ ਉਹਨੂੰ ਕਿਸੇ ਨੂੰ ਥਾਇਰੋਕਸਿਨ ਦੀ ਗੋਲੀ ਲੱਗੀ ਉਹਨੇ ਤਾਂ ਸਾਰੀ ਉਮਰ ਖਾਣੀ ਹੈ। ਹੁਣ ਸਾਰੀ ਉਮਰ ਦੇ ਇਲਾਜ ਨਾਲੋਂ ਅਗਰ ਹੋਮਿਓਪੈਥਿਕ ਇਲਾਜ 2 ਜਾਂ 3 ਸਾਲ ਦੇ ਵਿੱਚ ਠੀਕ ਕਰਦਾ ਕਿਸੇ ਨੂੰ ਤਾਂ ਮੈਨੂੰ ਤਾਂ ਨਹੀਂ ਲੱਗਦਾ ਇਹ ਲੰਬਾ ਇਲਾਜ ਹੋਏਗਾ, ਕਿਉਂਕਿ ਇੱਕ ਤਾਂ ਆਪਾਂ ਲਾਈਫ ਲੌਂਗ ਥੈਰੇਪੀ ਦੀ ਗੱਲ ਕਰ ਰਹੇ ਹਾਂ ਕਿ ਸਾਰੀ ਉਮਰ ਕਿ ਜਦੋਂ ਤੱਕ ਕਹਿੰਦੇ ਤੇਰੇ ਨਾਲ ਹੀ ਜਾਣੀ ਹੈ ਉਹਨੇ। ਪਰ ਉਹਦੇ ਥਾਂ ਤੇ ਅਗਰ 2 ਜਾਂ 3 ਸਾਲ 'ਚ ਅਸੀਂ ਉਹਨੂੰ ਅਗਰ ਜੜੋਂ ਠੀਕ ਕਰਦੇ ਹਾਂ ਤੇ ਲੰਬਾ ਤਾਂ ਨਹੀਂ ਹੋਇਆ। ਖਾਣ ਪੀਣ ਦਾ ਕਿਹੜਾ ਧਿਆਨ ਰੱਖਣਾ ਚਾਹੀਦਾ ਹੈ? ਖਾਣ ਪੀਣ 'ਚ ਆ ਜਿਹੜੀ ਇਹ ਰਿਸਰਚ ਹੋਈ ਹੈ ਵੀ ਜਿਸ ਤਰ੍ਹਾਂ ਜਿਹੜੀਆਂ ਚੀਜ਼ਾਂ ਨੇ, ਜਿੱਦਾਂ ਹੁਣ ਕਿਉਂਕਿ ਮੋਟਾਪਾ ਆਉਂਦਾ ਹਾਈਪੋਥਾਇਰਾਇਡਿਜ਼ਮ, ਤੇ ਮੋਟਾਪੇ ਨੂੰ ਪੈਦਾ ਕਰਨ ਵਾਲੀਆਂ ਜਿਹੜੀਆਂ ਚੀਜ਼ਾਂ ਜਿੱਦਾਂ ਡਾਇਰੀ ਹੈ ਜਾਂ ਮਿੱਠਾ ਹੈ, ਕੋਲਡ ਡਰਿੰਕਸ ਨੇ ਜਾਂ 버ਗਰ ਹੈ, ਫਰਮੈਂਟਡ ਫੂਡ ਹੈ, ਐਸਿਡਿਕ ਫੂਡ ਹੈ, ਜਿਹੜੇ ਬੇਕਰੀ ਵਾਲੀਆਂ ਆਈਟਮਾਂ ਨੇ, ਇਹ ਸਾਰੀਆਂ ਵਜਨ ਨੂੰ ਵਧਾਉਂਦੀਆਂ। ਉਸ ਤੋਂ ਇਲਾਵਾ ਇੱਕ ਖੋਜ ਇਹ ਵੀ ਹੋਈ ਹੈ ਕਿ ਜਿੱਦਾਂ ਪੱਤਾ ਗੋਭੀ ਹੈ ਜਾਂ ਜਿਹੜੀ ਆਪਣੀ ਹੈਗੀ ਹੈ ਬਰੋਕਲੀ ਹੈ, ਇਸ ਬ੍ਰੈਸਿਕਾ ਫੈਮਿਲੀ ਦੀਆਂ ਜਿਹੜੀਆਂ ਸਬਜ਼ੀਆਂ ਅਗਰ ਕੱਚੀਆਂ ਖਾਧੀਆਂ ਜਾਣ ਤੇ ਇਹ ਵੀ ਸਾਡੇ ਥਾਇਰਾਇਡ ਨੂੰ ਇਫੈਕਟ ਕਰਦੀਆਂ ਨੇ। ਤੀਸਰੀ ਚੀਜ਼ ਜਿਹੜੀ ਜਿੱਦਾਂ ਆਇਓਡੀਨ, ਜਿੱਦਾਂ ਆਪਾਂ ਕਹਿੰਦੇ ਆਇਓਡੀਨ ਦਾ ਨਮਕ, ਜਿੱਦਾਂ ਹੁਣ ਹਿਮਾਚਲ ਦੇ ਇਲਾਕੇ 'ਚ ਗਾਇਟਰ ਦਾ ਰੋਗ ਬਹੁਤ ਜ਼ਿਆਦਾ ਹੁੰਦਾ ਕਿਉਂਕਿ ਉੱਥੇ ਆਇਓਡੀਨ ਦੀ ਕਮੀ ਹੁੰਦੀ ਹੈ। ਸੋ ਤਾਂ ਹੀ ਅੱਜ ਕੱਲ੍ਹ ਇੱਕ ਪ੍ਰਚਾਰ ਵੀ ਹੋਇਆ ਕਿ ਆਇਓਡਾਈਜ਼ਡ ਸਾਲਟ ਖਾਣਾ ਚਾਹੀਦਾ। ਤਾਂ ਆਇਓਡੀਨ ਦਾ ਜਿਹੜਾ ਨਮਕ ਹੈ ਉਹ ਥਾਇਰਾਇਡ ਵਾਸਤੇ ਅੱਛਾ ਹੈ। ਤੇ ਜਿਸ ਤਰ੍ਹਾਂ ਹੁਣ ਜਿਹੜੀਆਂ ਆਪਣੀਆਂ ਗ੍ਰੀਨ ਵੈਜੀਟੇਬਲਸ ਦੇ ਵਿੱਚ ਜਿੱਦਾਂ
ਭਿੰਡੀ ਹੈ ਜਾਂ ਬੈਂਗਣ ਨੇ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਸਪਰਾਊਟਸ ਦਾਲਾਂ ਨੇ, ਇਹ ਜਿਹੜੀਆਂ ਥਾਇਰਾਇਡ ਨੂੰ ਬਹੁਤ ਹੈਲਪ ਕਰਦੀਆਂ। ਮਗਜ਼ ਨੇ ਜਿਹੜੇ ਪੁਰਾਣੇ ਲੋਕ 4 ਤਰ੍ਹਾਂ ਦੇ ਮਗਜ਼, ਖੀਰੇ ਦੇ, ਤਰਬੂਜ ਦੇ, ਕੱਦੂ ਦੇ ਬੀਜ ਜਿਹੜੇ ਉਹਨਾਂ ਨੂੰ ਖਾਂਦੇ ਹੁੰਦੇ ਸੀ, ਉਹ ਬਹੁਤ ਚੰਗੇ ਨੇ ਥਾਇਰਾਇਡ ਗਲੈਂਡ ਵਾਸਤੇ। ਸੋ ਖਾਣ ਪੀਣ ਦਾ ਪਰਹੇਜ਼ ਮਤਲਬ ਜਿੱਦਾਂ ਜੇ ਕਿਸੇ ਨੂੰ ਹਾਈਪਰ ਹੈ, ਹਾਈਪਰ ਦੇ ਵਿੱਚ ਤਾਂ ਉਹਦਾ ਵਜਨ ਪਹਿਲਾਂ ਹੀ ਨਹੀਂ ਵੱਧ ਰਿਹਾ, ਪਰ ਹਾਈਪੋ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਇਹ ਹੁੰਦੀ ਹੈ ਕਿ ਬੰਦੇ ਦਾ ਵਜਨ ਕੰਟਰੋਲ ਕਰਨਾ ਬਹੁਤ ਜ਼ਿਆਦਾ ਜ਼ਰੂਰੀ, ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਵਜਨ ਨੂੰ ਵਧਾਉਂਦੀਆਂ ਨੇ ਉਹਨਾਂ ਦਾ ਪਰਹੇਜ਼ ਕਰਨਾ। ਡਾਕਟਰ ਸਾਹਿਬ ਕਦੀ ਇੱਦਾਂ ਸੁਣਿਆ ਜਾਂ ਤੁਹਾਡੇ ਰਿਸਰਚ ਦੇ ਵਿੱਚ ਤੁਸੀਂ ਕੋਈ ਇੱਦਾਂ ਦਾ ਖੁਲਾਸਾ ਕੀਤਾ ਹੋਵੇ ਕਿ ਥਾਇਰਾਇਡ ਕਾਰਨ ਕਿਸੇ ਦੀ ਮੌਤ ਹੋਈ ਹੈ? ਥਾਇਰਾਇਡ ਦੀਆਂ ਜਿਹੜੀਆਂ ਕੰਪਲਿਕੇਸ਼ਨਸ ਨੇ, ਜਿਸ ਤਰ੍ਹਾਂ ਅਗਰ ਥਾਇਰਾਇਡ ਦਾ ਪ੍ਰੋਪਰ ਇਲਾਜ ਨਹੀਂ ਕਰ ਰਿਹਾ ਬੰਦਾ, ਆਪਣੀ ਬਿਮਾਰੀ ਨੂੰ ਸੀਰੀਅਸਲੀ ਨਹੀਂ ਲੈ ਰਿਹਾ, ਤੇ ਥਾਇਰਾਇਡ ਤੋਂ ਕੈਂਸਰ ਬਣਨ ਦੇ ਚਾਂਸਸ ਹੋ ਜਾਂਦੇ ਨੇ। ਜਾਂ ਥਾਇਰਾਇਡ ਜੇ ਕੰਟਰੋਲ ਨਹੀਂ, ਹਾਈਪਰ ਥਾਇਰਾਇਡਿਜ਼ਮ ਹੈ, ਜਿਸ ਤਰ੍ਹਾਂ ਉਹ ਸਰੀਰ ਦੀ ਦਿਲ ਦੀ ਧੜਕਣ ਤੱਕ ਕਿ ਹਾਰਟ ਅਟੈਕ ਨਾਲ ਉਹਦੇ ਨਾਲ ਇਫੈਕਟ ਹੋ ਸਕਦਾ ਹੈ। ਥਾਇਰਾਇਡ ਕਰਕੇ ਜਿਹੜਾ ਵਜਨ ਅਨਕੰਟਰੋਲਡ, ਮੈਟਾਬੋਲਿਕ ਡਿਸਆਰਡਰ, ਜਿੱਦਾਂ ਅਗਰ ਕਿਸੇ ਨੂੰ ਸ਼ੂਗਰ ਔਰ ਡਾਇਬਟੀਜ਼ ਔਰ ਥਾਇਰਾਇਡ ਦੋਨੋਂ ਇਕੱਠੇ ਨੇ, ਤਾਂ ਉਹ ਜਿਹੜੀਆਂ ਥਾਇਰਾਇਡ ਦੀਆਂ ਕੰਪਲਿਕੇਸ਼ਨਸ ਜਿਹੜੀਆਂ ਨੇ ਉਹ ਜਾਨਲੇਵਾ ਵੀ ਹੋ ਸਕਦੀਆਂ ਨੇ। ਇਸ ਤਰ੍ਹਾਂ ਦੀ ਕਹਿਣਾ ਕਿ ਥਾਇਰਾਇਡ ਜਾਨ ਨਹੀਂ ਲੈ ਸਕਦਾ, ਇਹ ਨਹੀਂ ਹੈ, ਬਟ ਅਗਰ ਤੁਸੀਂ ਉਹਨੂੰ ਕੰਟਰੋਲ ਕਰਦੇ ਹੋ, ਆਪਣੀ ਲਾਈਫ ਸਟਾਈਲ 'ਚ ਲੋੜੀਂਦੀਆਂ ਚੇਂਜਸ ਕਰਦੇ ਹੋ, ਤਾਂ ਡੈਫੀਨੇਟਲੀ ਇੱਕ ਲਾਈਫ ਲੌਂਗ ਇਹਦੇ ਕਰਕੇ ਤੁਹਾਡੇ ਸਰੀਰ ਨੂੰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕਦਾ। ਅਸੀਂ ਅੱਜ ਦੀ ਇਹ ਖਾਸ ਮੁਲਾਕਾਤ ਇਸੇ ਕਰਕੇ ਕੀਤੀ ਸੀ ਕਿਉਂਕਿ ਪਹਿਲਾਂ ਮੈਂ ਜਿਸ ਤਰ੍ਹਾਂ ਸ਼ੁਰੂਆਤ ਕੀਤੀ ਸੀ ਕਿ ਪਹਿਲਾਂ ਇੱਕ ਵਿਅਕਤੀ ਹੁੰਦਾ ਸੀ, ਉਹਨੂੰ ਇੱਕ ਰੋਗ ਹੁੰਦਾ ਸੀ, ਉਹ ਵੀ ਕੋਈ 10 ਚੋਂ ਇੱਕ ਵਿਅਕਤੀ ਹੁੰਦਾ ਸੀ। ਪਹਿਲਾਂ ਲਾਈਫ ਸਟਾਈਲ ਚੰਗੇ ਹੁੰਦੇ ਸੀਗੇ, ਵਰਜਿਸ਼ ਬਹੁਤ ਹੁੰਦੀ ਸੀ, ਪਰ ਅੱਜ ਕੱਲ੍ਹ ਜੀ ਕੁਦਰਤ ਦੇ ਨੇੜੇ ਰਹਿੰਦੇ ਸੀ ਅਸੀਂ, ਪਰ ਅੱਜ ਕੱਲ੍ਹ ਅਸੀਂ ਕੁਦਰਤ ਨੂੰ ਆਪਣੇ ਤੋਂ ਦੂਰ ਕਰਤਾ ਹੈ, ਜਾਂ ਪਤਾ ਨਹੀਂ ਕੁਦਰਤ ਨੇ ਹੀ ਸਾਨੂੰ ਜਿਹੜਾ ਇੱਕ ਥਾਇਰਾਇਡ ਇੱਕ ਇਸ ਤਰ੍ਹਾਂ ਦਾ, ਇਹਦੇ 'ਤੇ ਬੜੀ ਸਾਰੀ ਰਿਸਰਚ ਹੋਈ ਹੈ। ਜਿਸ ਤਰ੍ਹਾਂ ਵਿਟਾਮਿਨ ਡੀ ਔਰ ਥਾਇਰਾਇਡ ਦਾ ਵੀ ਅੱਜ ਕੱਲ੍ਹ ਜਿੱਦਾਂ ਹਰੇਕ ਦਾ ਵਿਟਾਮਿਨ ਡੀ ਹੈ, ਜਿਹਦਾ ਵਿਟਾਮਿਨ ਡੀ ਘੱਟ ਹੈ ਉਹਨੂੰ ਥਾਇਰਾਇਡ ਹੋਣ ਦੇ ਚਾਂਸਸ ਨੇ, ਕਿਉਂਕਿ ਥਾਇਰਾਇਡ ਦਾ ਵੀ ਧੁੱਪ ਦੇ ਨਾਲ ਬੜਾ ਸੰਬੰਧ ਹੈ ਸਾਡੀ। ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਗਰਮੀ ਸਰਦੀ ਦੀ ਨੂੰ ਇਹ ਬਫਰ ਕਰਦੀ ਹੈ। ਤਾਂ ਜਿੱਦਾਂ ਹੁਣ ਵਿਟਾਮਿਨ ਡੀ ਕਿਉਂ ਘਟਦਾ, ਕਿਉਂਕਿ ਅਸੀਂ ਧੁੱਪੇ ਜਾ ਕੇ ਕੰਮ ਨਹੀਂ ਕਰਦੇ, ਇਹ ਵੀ ਇੱਕ ਲਾਈਫ ਸਟਾਈਲ ਡਿਸਆਰਡਰ ਹੈ। ਦੂਸਰਾ, ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਵੀ ਸੌਣ ਦਾ, ਉੱਠਣ ਦਾ ਟਾਈਮ ਹੀ ਨਹੀਂ ਹੈਗਾ ਲੋਕਾਂ ਦਾ, ਤੇ ਜੇ ਅਸੀਂ ਟਾਈਮ ਸਿਰ ਸੋਵਾਂਗੇ, ਅਰਲੀ ਟੂ ਬੈਡ ਅਰਲੀ ਟੂ ਰਾਈਜ਼ ਮੇਕਸ ਮੈਨ ਹੈਲਦੀ ਵੈਲਦੀ ਐਂਡ ਵਾਈਜ਼, ਪਰ ਇਹਨੂੰ ਫੋਲੋ ਕਿੰਨੇ ਕੁ ਲੋਕ ਕਰਦੇ ਨੇ ਆਪਾਂ ਨੂੰ ਪਤਾ ਹੀ ਹੈ। ਸਾਨੂੰ ਇਹ ਨਰਸਰੀ ਦੇ ਵਿੱਚ ਜਿਹੜੀ ਪੋਇਮ, ਹਾਂ, ਪਹਿਲੀ ਪੋਇਮ ਜਿਹੜੀ ਬੱਚੇ ਨੂੰ ਸਭ ਤੋਂ ਪਹਿਲੀ ਵਿਦਿਆ ਸੀ, ਕਿਉਂ ਜ਼ਰੂਰੀ ਹੈ ਅੱਜ ਅਸੀਂ ਦੱਸ ਦਿੰਦੇ, ਉਹਨੂੰ ਅਸੀਂ ਫੋਲੋ ਨਹੀਂ ਕਰ ਰਹੇ। ਤੁਸੀਂ ਦੇਖੋ ਰਾਤੀ 12 ਵਜੇ ਵੀ ਰੌਣਕ ਹੁੰਦੀ ਹੈ, ਹਾਲਾਂਕਿ ਲੋਕਡਾਊਨ ਤਾਂ ਵੀ ਲੋਕਾਂ ਨੂੰ ਫੜ ਕੇ ਅੰਦਰ ਵਾੜਨਾ ਪੈਂਦਾ। ਸੋ ਟਾਈਮ ਸਿਰ ਸੋਣਾ, ਆਪਾਂ ਦੇਖਿਆ ਪਿੱਛੇ ਜਦੋਂ ਲੋਕਡਾਊਨ ਲੱਗਿਆ ਲੋਕਾਂ ਦੀ ਸਿਹਤ 'ਚ ਸੁਧਾਰ ਹੋਇਆ, ਕਿਉਂਕਿ ਉਦੋਂ ਲੋਕ ਡਰੇ ਹੋਏ ਸੀ, ਲੋਕਾਂ ਨੇ ਆਪਣੇ ਖਾਣ ਪੀਣ ਦੇ ਉੱਤੇ ਘਰ ਦਾ ਖਾਣਾ ਖਾਧਾ, ਉਹਨਾਂ ਨੇ ਸੌਣ ਉੱਠਣ ਦਾ ਟਾਈਮ ਆਪਣਾ ਇੰਪਰੂਵ ਕੀਤਾ, ਉਹਦੇ ਨਾਲ ਵਾਤਾਵਰਣ ਸਾਫ਼ ਹੋ ਗਿਆ ਸੀ, ਬਹੁਤ ਫਰਕ ਪੈ ਗਿਆ। ਸੋ ਇਸ ਕਰਕੇ ਆਪਾਂ ਆਪ ਜ਼ਿੰਮੇਵਾਰ ਹਾਂ ਆਪਣੀਆਂ ਬਿਮਾਰੀਆਂ ਲਈ, ਇਸ ਗੱਲ ਨੂੰ ਮੰਨਣਾ ਪਏਗਾ। ਤੇ ਆਪਾਂ ਸਿਰਫ ਇਹ ਸੋਚੀਏ ਕਿ ਡਾਕਟਰ ਕੋਲ ਚਲੇ ਗਏ, ਡਾਕਟਰ ਨੂੰ ਪੈਸੇ ਦਿੱਤੇ ਤੇ ਹੁਣ ਅਸੀਂ ਠੀਕ ਹੋ ਜਾਾਂਗੇ, ਇੱਦਾਂ ਨਹੀਂ ਹੈ। ਸਾਡਾ ਆਪਣਾ ਰੋਲ ਹੈ, ਸਾਨੂੰ ਆਪਣੇ ਲਾਈਫ ਸਟਾਈਲ ਦੇ ਵਿੱਚ ਸੁਧਾਰ ਜਦੋਂ ਤੱਕ ਅਸੀਂ ਨਹੀਂ ਕਰਾਂਗੇ ਤੇ ਸਾਨੂੰ ਇਸ ਤਰ੍ਹਾਂ ਦੀ ਕਿਸੇ ਚਮਤਕਾਰ ਦੀ ਉਮੀਦ 'ਚ ਨਹੀਂ ਰਹਿਣਾ ਚਾਹੀਦਾ। ਬਹੁਤ ਧੰਨਵਾਦ, ਬਹੁਤ ਖੂਬਸੂਰਤ ਜਾਣਕਾਰੀ ਤੁਸੀਂ ਸਾਂਝੀ ਕੀਤੀ ਹੈ। ਤਾਂ ਡੇਲੀ ਪੋਸਟ ਪੰਜਾਬੀ ਦੀ ਇੱਕ ਕੋਸ਼ਿਸ਼ ਹੈ, ਉਹ ਲੋਕ ਜਿਹੜੇ ਕਈ ਬਿਮਾਰੀਆਂ ਤੋਂ ਪੀੜਤ ਨੇ ਪਰ ਹਸਪਤਾਲ ਨਹੀਂ ਜਾ ਸਕਦੇ ਜਾਂ ਡਾਕਟਰਸ ਦੇ ਨਾਲ ਮੁਲਾਕਾਤ ਨਹੀਂ ਹੋ ਰਹੀ, ਕੋਵਿਡ ਕਰਕੇ ਬਹੁਤ ਸਾਰੇ ਡਾਕਟਰਸ ਮਿਲ ਵੀ ਨਹੀਂ ਰਹੇ ਪੇਸ਼ੈਂਟਸ ਨੂੰ ਜਾਂ ਅਫੋਰਡ ਨਹੀਂ ਕਰ ਪਾ ਰਹੇ, ਕਿਉਂਕਿ ਅੱਜ ਕੱਲ੍ਹ ਡਾਕਟਰਾਂ ਤੱਕ ਪਹੁੰਚ ਕਰਨੀ, ਕਿ ਚੰਗੇ ਡਾਕਟਰ ਤੱਕ ਪਹੁੰਚ ਕਰਨੀ ਵੀ ਸੌਖੀ ਗੱਲ ਨਹੀਂ ਰਹੀ। ਤਾਂ ਇਹ ਜਿਹੜੀ ਸਾਡੀ ਕੋਸ਼ਿਸ਼ ਹੈ ਤੁਹਾਡੇ ਤੱਕ ਇਹ ਜਾਣਕਾਰੀ ਪਹੁੰਚਾਉਣਾ, ਜੇਕਰ ਤੁਹਾਨੂੰ ਜਾਂ ਤੁਹਾਡੇ ਨਜ਼ਦੀਕੀ ਨੂੰ ਥਾਇਰਾਇਡ ਹੈ ਤਾਂ ਇਹ ਅਹਿਮ ਜਾਣਕਾਰੀ ਉਹਨਾਂ ਤੱਕ ਜ਼ਰੂਰ ਪਹੁੰਚਾਇਓ। ਤੇ ਇਹੀ ਕੋਸ਼ਿਸ਼ ਸਾਡੀ ਰਹਿੰਦੀ ਹੈ ਕਿ ਜਿਹੜੇ ਲੋਕ ਨੇ ਰੋਗ ਮੁਕਤ ਹੋ ਜਾਣ, ਲੰਬੀ ਉਮਰ ਜੀਣ, ਤਾਂ ਉਹਦੀ ਸ਼ੁਰੂਆਤ ਤੁਹਾਡੇ ਇੱਕ ਹੈਲਦੀ ਲਾਈਫ ਸਟਾਈਲ ਦੇ ਨਾਲ ਹੀ ਹੋਣੀ ਹੈ। ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਅਰਲੀ ਟੂ ਬੈਡ ਐਂਡ ਅਰਲੀ ਟੂ ਰਾਈਜ਼ ਮੇਕਸ ਅ ਮੈਨ ਹੈਲਦੀ ਵੈਲਦੀ ਐਂਡ ਵਾਈਜ਼। ਤਾਂ ਇੱਕ ਛੋਟੇ ਹੁੰਦੇ ਜਿਹੜੀ ਪੋਇਮ ਪੜ੍ਹੀ ਸੀ, ਸਿਰਫ ਉਸੇ ਤੇ ਅਮਲ ਕਰ ਲਈਏ ਤਾਂ ਸ਼ਾਇਦ ਅਸੀਂ ਖੁਸ਼ਹਾਲ ਤੇ ਸਿਹਤਮੰਦ ਜ਼ਿੰਦਗੀ ਬਤੀਤ ਕਰ ਸਕਦੇ ਹਾਂ। ਇਸ ਖਾਸ ਪੇਸ਼ਕਸ਼ ਸ਼ੁਰੂਆਤ ਫਿਲਹਾਲ ਇੰਨਾ ਹੀ, ਮੈਨੂੰ ਦਿਓ ਇਜਾਜ਼ਤ, ਧੰਨਵਾਦ।